ਸਤਿ ਸ਼੍ਰੀ ਅਕਾਲ ਜੀ। ਮੇਰੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਮੈਨੂੰ ਤਲਾਕ ਦੇ ਦਿੱਤਾ ਸੀ ਕਿਉਂਕਿ ਮੈਂ ਮਾਂ ਨਹੀਂ ਬਣ ਸਕਦੀ ਸੀ। 1 ਸਾਲ ਬਾਅਦ ਉਸਦੇ ਘਰ ਬੇਟੀ ਦਾ ਜਨਮ ਹੋਇਆ ਅਤੇ ਉਸਨੇ ਮੈਨੂੰ ਆਪਣੇ ਬੇਟੀ ਦੇ ਪਹਿਲੇ ਜਨਮ ਦਿਨ 'ਤੇ ਬੁਲਾਇਆ ਤਾਂ ਕਿ ਉਹ ਸਭ ਕੁਝ ਦੇਖ ਕੇ ਮੈਨੂੰ ਬੁਰਾ ਲੱਗੇ। ਉਸ ਦਾ ਪਲਾਨ ਮੈਨੂੰ ਚੰਗੀ ਤਰ੍ਹਾਂ ਪਤਾ ਸੀ, ਇਸ ਲਈ ਪਾਰਟੀ ਵਿੱਚ ਜਾਣ ਲੱਗੇ ਮੈਂ ਇੱਕ ਲਿਫਾਫਾ ਲੈ ਕੇ ਗਈ। ਜਦ ਮੈਂ ਪਾਰਟੀ ਵਿੱਚ ਪਹੁੰਚੀ ਤਾਂ ਉਹ ਮੈਨੂੰ ਦੇਖ ਕੇ ਮੇਰੇ ਕੋਲ ਆ ਗਿਆ ਅਤੇ ਕਹਿਣ ਲੱਗਿਆ, ਦੇਖ, ਤੈਨੂੰ ਤਲਾਕ ਦੇਣ ਦਾ ਮੇਰਾ ਫੈਸਲਾ ਇੱਕਦਮ ਸਹੀ ਸੀ। ਅੱਜ ਮੈਂ ਇੱਕ ਬੱਚੇ ਦਾ ਬਾਪ ਬਣ ਗਿਆ ਹਾਂ। ਉਸ ਦੀ ਗੱਲ ਸੁਣ ਕੇ ਮੈਨੂੰ ਹਾਸੀ ਆਈ। ਫਿਰ ਮੈਂ ਉਸਨੂੰ ਉਹ ਲਿਫਾਫਾ ਦੇ ਕੇ ਕਿਹਾ ਕਿ ਇਸ ਨੂੰ ਧਿਆਨ ਨਾਲ ਵੇਖੀ। ਜਿਵੇਂ ਹੀ ਉਸ ਨੇ ਉਹ ਲਿਫਾਫਾ ਦੇਖਿਆ ਤਾਂ ਉਸ ਦੇ ਤਾਂ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈ। ਮੇਰਾ ਨਾਮ ਆਸਥਾ ਹੈ। ਅੱਜ ਮੇਰੀ ਦਰਾਣੀ ਦੇ ਬੇਟੇ ਦੇ ਜਨਮ ਦਿਨ 'ਤੇ ਘਰ ਵਿੱਚ ਪੂਜਾ ਰਖਵਾਈ ਗਈ ਸੀ ਅਤੇ ਮੈਂ ਪੂਜਾ ਲਈ ਆਏ ਹੋਏ ਸਮਾਨ ਨੂੰ ਹੱਥ ਲਗਾ ਦਿੱਤਾ ਸੀ। ਬਸ ਫਿਰ ਕੀ ਸੀ, ਮੇਰੀ ਸੱਸ ਨੇ ਮੈਨੂੰ ਪੂਜਾ ਦੇ ਸਮਾਨ ਨੂੰ ਹੱਥ ਲਗਾਉਂਦੇ ਹੋਏ ਨੂੰ ਵੇਖ ਲਿਆ। ਉਹ ਮੇਰੇ 'ਤੇ ਜ਼ੋਰ-ਜ਼ੋਰ ਦੀ ਚਿਲਾਉਣ ਲੱਗੀ। ਉਹ ਕਹਿਣ ਲੱਗੀ ਕਿ ਤੂੰ ਉਸ ਸਮਾਨ ਨੂੰ ਹੱਥ ਕਿਉਂ ਲਾਇਆ? ਤੈਨੂੰ ਇੱਕ ਛੋਟੀ ਜਿਹੀ ਗੱਲ ਸਮਝ ਨਹੀਂ ਆਉਂਦੀ ਕਿ ਇਹ ਅਮਨ ਦੇ ਬੇਟੇ ਦੇ ਜਨਮ ਦਿਨ ਦੀ ਪੂਜਾ ਦਾ ਸਮਾਨ ਆ। ਤੇਰੇ ਵਰਗੀ ਬਾਂਝ ਔਰਤ ਦੇ ਹੱਥ ਲਗਾਉਣ ਨਾਲ ਹੁਣ ਅਪਸ਼ਗਨ ਹੋ ਗਿਆ ਆ। ਜਾਂ ਫਿਰ ਕਿਤੇ ਐਵੇਂ ਤਾਂ ਨਹੀਂ ਕਿ ਤੇਰੇ ਤੋਂ ਆਪਣੀ ਦਰਾਣੀ ਦਾ ਸੁੱਖ ਵੇਖਿਆ ਨਹੀਂ ਜਾ ਰਿਹਾ। ਇੰਨਾ ਸੁਣਦੇ ਹੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਤਿਪ-ਤਿਪ ਕਰਕੇ ਡਿੱਗਣ ਲੱਗ ਪਏ। ਪਰ ਫਿਰ ਵੀ ਮੈਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਦੇ ਹੋਏ ਕਿਹਾ, ਮਾਂ, ਇਸ ਤੋਂ ਅੱਗੇ ਮੇਰੇ ਤੋਂ ਕੁਝ ਕਿਹਾ ਹੀ ਨਹੀਂ ਗਿਆ। ਇੰਨੇ ਨੂੰ ਮੇਰੀ ਦਰਾਣੀ ਅਮਨ, ਜੋ ਕਿ ਮੇਰੀ ਦਰਾਣੀ ਘੱਟ ਅਤੇ ਸਹੇਲੀ ਜ਼ਿਆਦਾ ਸੀ, ਮੈਨੂੰ ਤਾਨਾ ਮਾਰਦੀ ਹੋਈ ਕਹਿਣ ਲੱਗੀ ਕਿ ਦੀਦੀ, ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਸ਼ਾਇਦ ਮੇਰਾ ਮਾਂ ਬਣਨਾ ਤੁਹਾਡੇ ਤੋਂ ਦੇਖਿਆ ਨਹੀਂ ਜਾ ਰਿਹਾ। ਇੰਨਾ ਅਪਮਾਨ ਸਹਿਣ ਕਰਨ ਤੋਂ ਬਾਅਦ ਮੈਂ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਵੇਖਣ ਲੱਗੀ। ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਸੀ। ਵੈਸੇ ਵੀ ਸਾਡੀ ਲਵ ਮੈਰਿਜ ਹੋਈ ਸੀ। ਮੈਨੂੰ ਲੱਗਿਆ ਕਿ ਉਹ ਮੇਰੇ ਤੋਂ ਕੁਝ ਤਾਂ ਕਹਿਣਗੇ, ਪਰ ਉਹ ਉਲਟਾ ਮੈਨੂੰ ਹੀ ਸੁਣਾਉਣ ਲੱਗੇ, ਤੂੰ ਤਾਂ ਅਮਨ ਨੂੰ ਆਪਣੀ ਭੈਣ ਦੀ ਤਰ੍ਹਾਂ ਮੰਨਦੀ ਆ ਨਾ, ਫਿਰ ਤੂੰ ਉਸ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੀ ਆ? ਉਹਨਾਂ ਦਾ ਇਸ ਤਰ੍ਹਾਂ ਗੁੱਸੇ ਨਾਲ ਬੋਲਣਾ, ਇਹ ਸੁਣ ਕੇ ਮੈਂ ਅੰਦਰ ਤੋਂ ਪੂਰੀ ਤਰ੍ਹਾਂ ਟੁੱਟ ਗਈ ਸੀ, ਕਿਉਂਕਿ ਕੋਈ ਵੀ ਔਰਤ ਆਪਣੀ ਸੱਸ ਤੇ ਦਰਾਣੀ ਨੂੰ ਸਹਿਣ ਕਰ ਸਕਦੀ ਆ, ਪਰ ਜੇ ਉਸ ਦਾ ਆਪਣਾ ਪਤੀ, ਜਿਸ ਨੂੰ ਉਸਨੇ ਆਪਣਾ ਸਭ ਕੁਝ ਮੰਨਿਆ ਹੋਵੇ, ਜਿਸ ਨਾਲ ਜਨਮਾਂ ਜਨਮਾਂ ਨਾਲ ਰਹਿਣ ਦੀਆਂ ਕਸਮਾਂ ਖਾਧੀਆਂ ਹੋਣ, ਜੇ ਉਹ ਇਸ ਤਰ੍ਹਾਂ ਕਰੇ ਤਾਂ ਫਿਰ ਇੱਕ ਔਰਤ ਹੀ ਕਰ ਸਕਦੀ ਆ। ਮੈਂ ਰੋਂਦੇ ਰੋਂਦੇ ਜਾ ਕੇ ਰਸੋਈ ਵਿੱਚ ਕੰਮ ਕਰਨ ਲੱਗ ਪਈ। ਬਾਂਝ ਹੋਣ ਦੇ ਕਾਰਨ ਪੂਜਾ ਵਿੱਚ ਸ਼ਾਮਲ ਨਹੀਂ ਹੋ ਸਕਦੀ ਸੀ, ਪਰ ਬਹੂ ਹੋਣ ਦੇ ਨਾਤੇ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੇ 'ਤੇ ਹੀ ਸੀ। ਮੈਂ ਸੋਚਣ ਲੱਗੀ ਕਿ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਇਸ ਵਿੱਚ ਮੇਰਾ ਕੀ ਕਸੂਰ ਆ? ਮਾਂ ਬਣ ਸਕਣਾ ਜਾਂ ਮਾਂ ਨਾ ਬਣਨਾ, ਇਹ ਇੱਕ ਔਰਤ ਦੇ ਹੱਥਾਂ ਵਿੱਚ ਥੋੜ੍ਹੀ ਨਾ ਹੁੰਦਾ। ਮੇਰੀ ਸੱਸ ਵੀ ਪੜ੍ਹੀ ਲਿਖੀ ਸੀ ਅਤੇ ਮੇਰੀ ਦਰਾਣੀ ਸਕੂਲ ਵਿੱਚ ਇੱਕ ਟੀਚਰ ਸੀ ਅਤੇ ਮੇਰੇ ਪਤੀ ਵੀ ਇੰਜੀਨੀਅਰ ਸਨ। ਅਤੇ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਕਿ ਇੰਨੇ ਪੜ੍ਹੇ ਲਿਖੇ ਲੋਕਾਂ ਦੇ ਵਿਚਕਾਰ ਕਿੰਨੇ ਪਰੰਪਰਾਵਾਦੀ ਹਨ ਕਿ ਸਿਰਫ ਪੂਜਾ ਦੇ ਸਮਾਨ ਨੂੰ ਹੱਥ ਲਗਾਉਣ ਨਾਲ ਹੀ ਅਪਸ਼ਗਨ ਹੋ ਗਿਆ। ਮੈਨੂੰ ਅੱਜ ਵੀ ਯਾਦ ਹੈ ਕਿ ਕਿਸ ਤਰ੍ਹਾਂ ਮੈਂ ਅਤੇ ਅਰਸ਼ ਪਹਿਲੀ ਵਾਰ ਆਫਿਸ ਵਿੱਚ ਮਿਲੇ ਸੀ। ਮੈਨੂੰ ਆਫਿਸ ਜੁਆਇਨ ਕੀਤੇ ਹੋਏ ਕੁਝ ਹੀ ਦਿਨ ਹੋਏ ਸੀ। ਇੱਕ ਦਿਨ ਮੈਂ ਆਫਿਸ ਵਿੱਚ ਪ੍ਰੈਜੈਂਟੇਸ਼ਨ ਦੇ ਰਹੀ ਸੀ ਅਤੇ ਬੌਸ ਦੇ ਨਾਲ ਬੈਠੇ ਉੱਥੇ ਸਾਰੇ ਲੋਕਾਂ ਨੇ ਮੇਰੀ ਪ੍ਰੈਜੈਂਟੇਸ਼ਨ ਦੀ ਤਾਰੀਫ ਕੀਤੀ ਸੀ। ਅਰਸ਼ ਨੇ ਵੀ। ਉਹ ਮੇਰੀ ਪ੍ਰੈਜੈਂਟੇਸ਼ਨ ਤੋਂ ਪ੍ਰਭਾਵਿਤ ਹੋਏ ਸਨ। ਇੱਕ ਹੀ ਆਫਿਸ ਵਿੱਚ ਇੱਕ ਦੂਜੇ ਨਾਲ ਕੰਮ ਕਰਦੇ ਕਰਦੇ ਅਸੀਂ ਦੋਨੋਂ ਕਦ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ, ਇਹ ਸਾਨੂੰ ਹੀ ਪਤਾ ਨਹੀਂ ਚੱਲਿਆ। ਘਰਦਿਆਂ ਨੂੰ ਜਦੋਂ ਦੱਸਿਆ ਤਾਂ ਉਹਨਾਂ ਨੇ ਵੀ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਅਤੇ ਸਾਡਾ ਵਿਆਹ ਹੋ ਗਿਆ। ਮੇਰੀ ਸੱਸ ਦਾ ਅਤੇ ਨਣਦ ਦਾ ਬਹੁਤ ਹੀ ਚੰਗਾ ਸੁਭਾਅ ਸੀ।
ਇੰਨਾ ਚੰਗਾ ਪਤੀ ਮੈਨੂੰ ਮਿਲਿਆ ਹੈ। ਇਸ ਲਈ ਮੈਂ ਖੁਦ ਨੂੰ ਬਹੁਤ ਕਿਸਮਤ ਵਾਲੀ ਸਮਝਦੀ ਸੀ। ਅਰਸ਼ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵਿਆਹ ਤੋਂ 1 2 3 ਸਾਲ ਤੱਕ ਮੈਨੂੰ ਬੱਚਾ ਨਹੀਂ ਚਾਹੀਦਾ। ਪਹਿਲਾਂ ਲਾਈਫ ਇੰਜੋਏ ਕਰਾਂਗੇ ਤੇ ਫਿਰ ਬੱਚੇ ਦੀ ਜ਼ਿੰਮੇਵਾਰੀ ਉਠਾਵਾਂਗੇ। ਤੇ ਸ਼ਾਇਦ ਇਸ ਲਈ ਘਰ ਵਾਲੇ ਵੀ 2 3 ਸਾਲ ਤੱਕ ਬੱਚੇ ਨੂੰ ਲੈ ਕੇ ਕੁਝ ਨਹੀਂ ਬੋਲੇ। ਪਰ ਵਿਆਹ ਨੂੰ 6 ਸਾਲ ਹੁੰਦੇ ਹੀ ਘਰ ਦੇ ਤਾਨੇ ਮਾਰਨੇ ਲੱਗ ਗਏ। ਘਰ ਦੇ ਮੈਂਬਰ ਤੇ ਰਿਸ਼ਤੇਦਾਰ ਮੈਨੂੰ ਪਿੱਠ ਪਿੱਛੇ ਬਾਂਝ ਕਹਿਣ ਲੱਗੇ। ਮੈਨੂੰ ਬੱਚਾ ਨਹੀਂ ਹੋ ਰਿਹਾ ਸੀ, ਇਸ ਲਈ ਅਰਸ਼ ਵੀ ਪਹਿਲਾਂ ਕੁਝ ਨਹੀਂ ਬੋਲਿਆ। ਪਰ ਹੁਣ ਉਹ ਵੀ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ ਸੀ। ਉਹ ਮੇਰੇ ਨਾਲ ਸਿਰਫ ਮਤਲਬ ਦੀ ਹੀ ਗੱਲ ਕਰਦਾ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਅਸੀਂ ਦੋਨੋਂ ਪਤੀ ਪਤਨੀ ਹੈ ਹੀ ਨਹੀਂ। ਪਰ ਮੈਂ ਆਪਣਾ ਦੁੱਖ ਕਿਸ ਨੂੰ ਦੱਸਾਂ? ਮੈਨੂੰ ਕੌਣ ਸਮਝੇਗਾ? ਅੱਜ ਸਾਡੇ ਵਿਆਹ ਨੂੰ 9 ਸਾਲ ਹੋ ਗਏ ਹਨ। ਮੈਂ ਸੋਚਣ ਲੱਗੀ ਕਿ ਅੱਜ ਅਰਸ਼ ਆਪਣੀ ਚੁੱਪੀ ਤੋੜ ਕੇ ਮੈਨੂੰ ਵਿਸ਼ ਜ਼ਰੂਰ ਕਰੇਗਾ। ਇਸ ਲਈ ਮੈਂ ਉਸ ਦੇ ਪਸੰਦ ਦਾ ਨਾਸ਼ਤਾ ਬਣਾਇਆ, ਪਰ ਉਸਨੇ ਚੁੱਪ ਕਰਕੇ ਨਾਸ਼ਤਾ ਕਰ ਲਿਆ ਤੇ ਇੱਕ ਵੀ ਸ਼ਬਦ ਕਹੇ ਬਿਨਾਂ ਚੁੱਪਚਾਪ ਆਫਿਸ ਨੂੰ ਚਲਿਆ ਗਿਆ। ਅਰਸ਼ ਦੇ ਆਫਿਸ ਜਾਣ ਤੋਂ ਬਾਅਦ ਮੈਂ ਆਫਿਸ ਵਿੱਚ ਫੋਨ ਕਰਕੇ ਦੱਸਿਆ ਕਿ ਅੱਜ ਮੇਰੀ ਤਬੀਅਤ ਖਰਾਬ ਆ। ਮੈਂ ਇਸ ਤਰ੍ਹਾਂ ਕਹਿ ਕੇ ਛੁੱਟੀ ਲੈ ਲਈ ਤਾਂ ਕਿ ਅਰਸ਼ ਨੂੰ ਚੰਗਾ ਜਿਹਾ ਸਰਪ੍ਰਾਈਜ਼ ਦੇ ਸਕਾਂ। ਅਰਸ਼ ਨੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਤੂੰ ਛੁੱਟੀ ਕਿਉਂ ਲਈ? ਕੀ ਤੇਰੀ ਤਬੀਅਤ ਠੀਕ ਨਹੀਂ? ਮੈਂ ਰਾਤ ਦੇ ਖਾਣੇ ਵਿੱਚ ਵਧੀਆ ਵਧੀਆ ਡਿਸ਼ਿਸ ਬਣਾਈਆਂ, ਬੈੱਡਰੂਮ ਵਧੀਆ ਫੁੱਲਾਂ ਤੇ ਮੋਮਬੱਤੀਆਂ ਨਾਲ ਸਜਾਇਆ ਤੇ ਉਸ ਦੀ ਪਸੰਦ ਦਾ ਗੁਲਾਬੀ ਰੰਗ ਦਾ ਸੂਟ ਵੀ ਪਾਇਆ। ਮੈਨੂੰ ਅੱਜ ਪੂਰਾ ਯਕੀਨ ਸੀ ਕਿ ਅਰਸ਼ ਆਪਣੀ ਚੁੱਪੀ ਤੋੜ ਕੇ ਮੇਰੇ ਨਾਲ ਗੱਲ ਕਰੇਗਾ। ਮੈਂ ਉਸ ਨੂੰ ਬੱਚਾ ਗੋਦ ਲੈਣ ਲਈ ਰਾਜ਼ੀ ਕਰ ਲਵਾਂਗੀ। ਪਰ ਜਦੋਂ ਉਹ ਘਰ ਆਇਆ, ਉਸ ਨੇ ਮੇਰੇ ਵੱਲ ਇੱਕ ਵਾਰ ਵੀ ਨਹੀਂ ਵੇਖਿਆ। ਮੈਨੂੰ ਲੱਗਿਆ ਕਿ ਸ਼ਾਇਦ ਉਹ ਬੈੱਡਰੂਮ ਵਿੱਚ ਜਾ ਕੇ ਵਿਸ਼ ਜ਼ਰੂਰ ਕਰੇਗਾ, ਪਰ ਸਭ ਕੁਝ ਉਲਟਾ ਹੀ ਹੋ ਗਿਆ। ਵਿਸ਼ ਕਰਨਾ ਤਾਂ ਦੂਰ, ਉਸਨੇ ਮੇਰੇ ਵੱਲ ਵੇਖਿਆ ਵੀ ਨਹੀਂ। ਥੋੜ੍ਹੀ ਦੇਰ ਬਾਅਦ ਮੈਥੋਂ ਹੀ ਰਿਹਾ ਨਾ ਗਿਆ ਤੇ ਮੈਂ ਉਸ ਨੂੰ ਕਿਹਾ, ਅਰਸ਼, ਅੱਜ ਆਪਣੇ ਵਿਆਹ ਦੀ ਸਾਲਗਿਰਾ ਆ, ਉਹ ਵੀ ਭੁੱਲ ਗਏ ਤੁਸੀਂ? ਇਹ ਸੁਣਦੇ ਹੀ ਉਹ ਕਹਿਣ ਲੱਗੇ ਕਿ ਨਹੀਂ ਨਹੀਂ, ਇਹ ਦਿਨ ਤਾਂ ਮੈਂ ਭੁੱਲਣਾ ਵੀ ਚਾਹਾਂ ਤਾਂ ਵੀ ਨਹੀਂ ਭੁੱਲ ਸਕਦਾ, ਕਿਉਂਕਿ ਅੱਜ ਦੇ ਦਿਨ ਹੀ ਇੱਕ ਬਾਂਝ ਔਰਤ ਮੇਰੇ ਪੱਲੇ ਪੈ ਗਈ ਸੀ। ਉਸ ਦੇ ਅਜਿਹੇ ਸਭ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਜਿਵੇਂ ਹਨੇਰਾ ਛਾ ਗਿਆ ਹੋਵੇ। ਮੈਂ ਆਪਣੇ ਹੰਝੂਆਂ ਨੂੰ ਰੋਕ ਕੇ ਕਹਿਣ ਲੱਗੀ ਕਿ ਆਪਾਂ ਬੱਚਾ ਗੋਦ ਨਹੀਂ ਲੈ ਸਕਦੇ। ਤੈਨੂੰ ਮੈਂ ਕਿੰਨੀ ਵਾਰ ਕਿਹਾ ਹੈ ਕਿ ਤੇ ਇਸ ਬਾਰੇ ਆਪਣੀ ਕਿੰਨੀ ਵਾਰ ਬਹਿਸ ਵੀ ਹੋ ਚੁੱਕੀ ਆ। ਮੈਂ ਦੂਜੇ ਦਾ ਬੱਚਾ ਅਤੇ ਦੂਜੇ ਦਾ ਖੂਨ ਗੋਦ ਨਹੀਂ ਲੈ ਸਕਦਾ। ਮੈਨੂੰ ਮੇਰਾ ਖੁਦ ਦਾ ਬੱਚਾ ਚਾਹੀਦਾ ਆ, ਜੋ ਕਿ ਤੂੰ ਮੈਨੂੰ ਇਸ ਜਨਮ ਵਿੱਚ ਤਾਂ ਨਹੀਂ ਦੇ ਸਕਦੀ। ਤੇ ਹਾਂ, ਅੱਜ ਆਪਣੇ ਵਿਆਹ ਦੀ ਸਾਲਗਿਰਾ ਆ। ਮੈਂ ਤੈਨੂੰ ਇੱਕ ਅਲੱਗ ਹੀ ਗਿਫਟ ਲੈ ਕੇ ਆਇਆ ਹਾਂ। ਮੈਂ ਸੋਚਣ ਲੱਗੀ ਕਿ ਜਿਹੜੇ ਇਨਸਾਨ ਨੇ ਵਾਰ-ਵਾਰ ਨਾਂ ਦੀ ਹੀ ਰੱਟ ਲਗਾਈ ਹੋਈ ਆ, ਉਹ ਮੇਰੇ ਲਈ ਕੀ ਗਿਫਟ ਲੈ ਕੇ ਆਇਆ ਹੋਵੇਗਾ। ਅਰਸ਼ ਨੇ ਮੈਨੂੰ ਇੱਕ ਲਿਫਾਫਾ ਦਿੱਤਾ। ਮੈਂ ਵੀ ਬੜੇ ਉਤਸ਼ਾਹ ਨਾਲ ਉਸ ਨੂੰ ਖੋਲ੍ਹ ਕੇ ਦੇਖਣ ਲੱਗੀ, ਪਰ ਜਦ ਮੈਂ ਲਿਫਾਫੇ ਵਿੱਚ ਵੇਖਿਆ ਤਾਂ ਉਸ ਵਿੱਚ ਤਲਾਕ ਦੇ ਕਾਗਜ਼ ਸਨ। ਉਹਨਾਂ ਕਾਗਜ਼ਾਂ ਨੂੰ ਵੇਖ ਕੇ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਜਿਹੜਾ ਇਨਸਾਨ ਮੇਰੀ ਇੰਨੀ ਤਾਰੀਫ ਕਰਦਾ ਹੁੰਦਾ ਸੀ, ਮੈਨੂੰ ਇੰਨਾ ਪਿਆਰ ਕਰਦਾ ਸੀ, ਉਹ ਇੱਕ ਬੱਚੇ ਦੇ ਲਈ ਮੈਨੂੰ ਤਲਾਕ ਦੇ ਦੇਵੇਗਾ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਸਮਾਨ ਹੀ ਮੇਰੇ 'ਤੇ ਡਿੱਗ ਪਿਆ ਹੋਵੇ। ਮੇਰਾ ਦਿਲ ਕਰਦਾ ਸੀ ਕਿ ਮੈਂ ਜ਼ੋਰ-ਜ਼ੋਰ ਦੀ ਰੋਵਾਂ, ਪਰ ਫਿਰ ਵੀ ਆਪਣੇ ਦਿਲ ਨੂੰ ਕਾਬੂ ਕਰਕੇ ਮੈਂ ਉਸ ਤਲਾਕ ਦੇ ਪੇਪਰ 'ਤੇ ਸਾਈਨ ਕਰ ਦਿੱਤੇ, ਕਿਉਂਕਿ ਜਦ ਉਸ ਦੇ ਦਿਲ ਵਿੱਚ ਹੀ ਮੇਰੇ ਲਈ ਪਿਆਰ ਹੀ ਨਹੀਂ ਤਾਂ ਉਸ ਨਾਲ ਰਹਿਣ ਦਾ ਕੀ ਫਾਇਦਾ। ਦੂਜੇ ਦਿਨ ਮੈਂ ਉਸ ਘਰ ਵਿੱਚੋਂ ਚਲੀ ਗਈ ਤੇ ਅਰਸ਼ ਵੀ ਇਹੀ ਚਾਹੁੰਦਾ ਸੀ। ਕੁਝ ਦਿਨਾਂ ਬਾਅਦ ਮੈਂ ਬਹੁਤ ਕੋਸ਼ਿਸ਼ ਕਰਕੇ ਆਪਣਾ ਟਰਾਂਸਫਰ ਦੂਜੀ ਬ੍ਰਾਂਚ ਵਿੱਚ ਕਰਵਾ ਲਿਆ, ਕਿਉਂਕਿ ਉਸ ਦੇ ਨਾਲ ਕੰਮ ਕਰਨ ਦਾ ਮਤਲਬ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਸੀ। 2 ਮਹੀਨੇ ਬਾਅਦ ਹੀ ਉਸਨੇ ਦੂਜਾ ਵਿਆਹ ਕਰਵਾ ਲਿਆ ਸੀ ਤੇ 1 ਸਾਲ ਬਾਅਦ ਪਤਾ ਚੱਲਿਆ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਆ।
ਬੇਟੀ ਹੋਣ ਦੀ ਖੁਸ਼ੀ ਵਿੱਚ ਉਸਨੇ ਪਾਰਟੀ ਰੱਖੀ ਸੀ ਤੇ ਉਸ ਪਾਰਟੀ ਵਿੱਚ ਮੈਨੂੰ ਵੀ ਬੁਲਾਇਆ ਗਿਆ ਸੀ ਤਾਂ ਕਿ ਉਹ ਮੇਰਾ ਅਪਮਾਨ ਕਰ ਸਕੇ। ਮੈਂ ਵੀ ਉਸ ਪਾਰਟੀ ਵਿੱਚ ਚਲੀ ਗਈ। ਮੈਨੂੰ ਪਤਾ ਦੇਖਦੇ ਹੀ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਦੇਖਿਆ ਤੈਨੂੰ ਤਲਾਕ ਦੇਣ ਦਾ ਮੇਰਾ ਫੈਸਲਾ ਕਿੰਨਾ ਸਹੀ ਸੀ। ਮੈਂ ਬਾਪ ਬਣ ਗਿਆ ਹਾਂ। ਮੈਂ ਵੀ ਬਹੁਤ ਨਿਮਰਤਾ ਨਾਲ ਉਸਦੇ ਬਾਪ ਬਣਨ ਦੀ ਵਧਾਈ ਦਿੱਤੀ। ਫਿਰ ਬਾਅਦ ਵਿੱਚ ਮੈਂ ਜਿਹੜਾ ਲਿਫਾਫਾ ਲੈ ਕੇ ਆਈ ਸੀ ਉਸ ਨੂੰ ਦਿੰਦੇ ਹੋਏ ਕਿਹਾ ਕਿ ਮੇਰੇ ਵੱਲ ਤੋਂ ਇਹ ਇੱਕ ਸਰਪ੍ਰਾਈਜ਼ ਗਿਫਟ ਆ। ਸਰਪ੍ਰਾਈਜ਼ ਗਿਫਟ ਦਾ ਨਾਮ ਸੁਣਦੇ ਹੀ ਉਹ ਥੋੜ੍ਹਾ ਹੈਰਾਨ ਹੋ ਗਿਆ ਕਿਉਂਕਿ ਵਿਆਹ ਦੀ ਸਾਲਗਿਰਾ 'ਤੇ ਮੈਨੂੰ ਵੀ ਉਸਨੇ ਇੱਕ ਸਰਪ੍ਰਾਈਜ਼ ਗਿਫਟ ਹੀ ਦਿੱਤਾ ਸੀ। ਤਲਾਕ ਦੇ ਪੇਪਰਜ਼, ਹੁਣ ਇਹ ਮੈਨੂੰ ਕਿਹੜਾ ਗਿਫਟ ਦੇ ਰਹੀ ਆ। ਇਹ ਸੋਚਦੇ ਹੋਏ ਉਸਨੇ ਲਿਫਾਫਾ ਖੋਲ੍ਹਿਆ ਤੇ ਜੋ ਵੇਖਿਆ ਉਸ ਨੂੰ ਵੇਖ ਕੇ ਉਸਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਦਸੰਬਰ ਦੀ ਕੜਕਦੀ ਠੰਡ ਵਿੱਚ ਵੀ ਉਸ ਨੂੰ ਪਸੀਨੇ ਆ ਗਏ ਸੀ ਕਿਉਂਕਿ ਉਸ ਲਿਫਾਫੇ ਦੇ ਅੰਦਰ ਉਸ ਦੀ ਮੈਡੀਕਲ ਰਿਪੋਰਟ ਸੀ ਤੇ ਉਸ ਰਿਪੋਰਟ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ। ਉਹ ਆਪਣੀ ਪਤਨੀ ਦੇ ਵੱਲ ਵੇਖਣ ਲੱਗਿਆ ਤੇ ਉਸ ਦੀਆਂ ਝੁਕੀਆਂ ਹੋਈਆਂ ਨਜ਼ਰਾਂ ਨੇ ਸਭ ਕੁਝ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰ ਦਿੱਤਾ ਸੀ। ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਫੈਸਲਾ ਲੈਣਾ ਆ ਕਿ ਤੂੰ ਦੂਸਰੇ ਦਾ ਬੱਚਾ, ਦੂਸਰੇ ਦਾ ਖੂਨ ਗੋਦ ਲੈਣਾ ਹੈ ਜਾਂ ਨਹੀਂ। ਅਜਿਹਾ ਕਹਿ ਕੇ ਮੈਂ ਉੱਥੋਂ ਵਾਪਸ ਆ ਗਈ। ਦੂਜੇ ਦਿਨ ਉਹ ਤੇ ਉਸ ਦੀ ਮਾਂ ਮੇਰੇ ਘਰ ਆ ਗਏ। ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਹਿਣ। ਫਿਰ ਉਹ ਕਹਿਣ ਲੱਗਿਆ ਕਿ ਉਹ ਮੈਡੀਕਲ ਰਿਪੋਰਟ। ਮੈਂ ਉਸ ਨੂੰ ਦੱਸਿਆ ਕਿ ਤੈਨੂੰ ਯਾਦ ਹੈ ਕਿ ਆਪਾਂ ਦੋਨਾਂ ਨੇ ਮੈਡੀਕਲ ਚੈੱਕਅਪ ਕਰਵਾਇਆ ਸੀ ਤੇ ਕਿਸੇ ਕੰਮ ਦੀ ਵਜ੍ਹਾ ਨਾਲ ਤੁਸੀਂ ਮੈਡੀਕਲ ਰਿਪੋਰਟ ਨਹੀਂ ਲੈਣ ਜਾ ਸਕੇ ਸੀ। ਫਿਰ ਮੈਂ ਇਕੱਲੀ ਹੀ ਗਈ ਸੀ। ਇਸ 'ਤੇ ਅਰਸ਼ ਕਹਿਣ ਲੱਗਿਆ ਕਿ ਹਾਂ ਤੇ ਫਿਰ ਘਰ ਆ ਕੇ ਤੂੰ ਕਿਹਾ ਸੀ ਕਿ ਕਮੀ ਤੇਰੇ ਵਿੱਚ ਹੀ ਆ। ਫਿਰ ਤੂੰ ਝੂਠ ਕਿਉਂ ਬੋਲਿਆ? ਕਿਉਂ ਇੰਨੇ ਦਿਨਾਂ ਤੱਕ ਸਭ ਦੇ ਤਾਨੇ ਸੁਣੇ? ਕੀ ਜ਼ਰੂਰਤ ਸੀ ਤੈਨੂੰ ਝੂਠ ਬੋਲਣ ਦੀ? ਮੈਂ ਕਿਹਾ ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦੀ ਸੀ। ਮੈਨੂੰ ਲੱਗਿਆ ਜੇ ਤੁਹਾਨੂੰ ਸੱਚ ਦਾ ਪਤਾ ਲੱਗਿਆ ਤਾਂ ਤੁਸੀਂ ਇਸ ਨੂੰ ਸਹਿਣ ਨਹੀਂ ਕਰ ਸਕੋਗੇ ਤੇ ਤੁਸੀਂ ਅੰਦਰ ਤੋਂ ਪੂਰੀ ਤਰ੍ਹਾਂ ਨਾਲ ਟੁੱਟ ਜਾਵੋਗੇ। ਮੈਂ ਤੁਹਾਨੂੰ ਅਜਿਹੀ ਹਾਲਤ ਵਿੱਚ ਨਹੀਂ ਵੇਖ ਸਕਦੀ ਸੀ। ਮੇਰਾ ਕੀ ਸੀ, ਮੈਨੂੰ ਤਾਂ ਆਦਤ ਹੋ ਗਈ ਸੀ ਇਹ ਸਭ ਤਾਨੇ ਸੁਣਨ ਦੀ। ਮੈਂ ਸਭ ਦੇ ਤਾਨੇ ਸਹਿਣ ਕਰ ਲੈਂਦੀ ਸੀ ਪਰ ਜਦ ਤੁਸੀਂ ਮੈਨੂੰ ਸੁਣਾਉਣ ਲੱਗੇ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਅਰਸ਼ ਕਹਿਣ ਲੱਗਿਆ ਕਿ ਜਦ ਮੈਂ ਤੈਨੂੰ ਤਲਾਕ ਦੇ ਪੇਪਰ ਦਿੱਤੇ ਸੀ ਤੂੰ ਤਦ ਕਿਉਂ ਨਹੀਂ ਸੱਚ ਬੋਲਿਆ? ਅਰਸ਼, ਗਲਤੀ ਮੇਰੀ ਹੈ ਜੋ ਮੈਂ ਤੈਨੂੰ ਇੰਨਾ ਪਿਆਰ ਕੀਤਾ ਤੇ ਤੇਰੇ 'ਤੇ ਵਿਸ਼ਵਾਸ ਕੀਤਾ ਕਿ ਚਾਹੇ ਕੋਈ ਕੁਝ ਵੀ ਕਹੇ ਪਰ ਤੁਸੀਂ ਮੈਨੂੰ ਇਕੱਲਾ ਨਹੀਂ ਛੱਡ ਸਕਦੇ। ਜਦ ਤੁਹਾਡਾ ਪਿਆਰ ਹੀ ਖਤਮ ਹੋ ਗਿਆ ਤਾਂ ਨਾਲ ਰਹਿ ਕੇ ਵੀ ਕੀ ਹੁੰਦਾ? ਮੇਰੀ ਸੱਸ ਮੈਨੂੰ ਕਹਿਣ ਲੱਗੀ ਕਿ ਸਾਡੇ ਤੋਂ ਗਲਤੀ ਹੋ ਗਈ ਬਹੂ, ਹੋ ਸਕੇ ਤਾਂ ਸਾਨੂੰ ਮਾफ़ ਕਰ ਦੇ ਤੇ ਸਭ ਕੁਝ ਭੁੱਲ ਕੇ ਸਾਡੇ ਨਾਲ ਆਪਣੇ ਘਰ ਚੱਲ। ਮੈਂ ਉਹਨਾਂ ਨੂੰ ਕਿਹਾ ਕਿ ਗੱਲ ਮਾफ़ ਕਰਨ ਜਾਂ ਨਾ ਕਰਨ ਦੀ ਨਹੀਂ, ਗੱਲ ਆਤਮ ਸਨਮਾਨ ਦੀ ਆ ਤੇ ਹੁਣ ਉਸ ਘਰ ਵਿੱਚ ਮੈਂ ਪੈਰ ਨਹੀਂ ਰੱਖ ਸਕਦੀ। ਅਗਲੇ ਹਫ਼ਤੇ ਮੇਰਾ ਵਿਆਹ ਆ ਤੇ ਉਹ ਸਰਪ੍ਰਾਈਜ਼ ਗਿਫਟ ਮੈਂ ਤੁਹਾਨੂੰ ਇਸ ਲਈ ਦਿੱਤਾ ਸੀ ਕਿ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਤੁਸੀਂ ਇਹ ਸਭ ਜਾਣ ਕੇ ਦੂਜੇ ਦਾ ਬੱਚਾ ਜਾਂ ਦੂਜੇ ਦਾ ਖੂਨ ਗੋਦ ਲੈਂਦੇ ਹੋ ਜਾਂ ਨਹੀਂ। ਕਿਉਂਕਿ ਜਦ ਮੈਂ ਕਿਹਾ ਸੀ ਤਾਂ ਤੁਸੀਂ ਸਾਫ਼ ਮਨਾ ਕਰ ਦਿੱਤਾ ਸੀ ਤੇ ਇਸ ਤੋਂ ਇੱਕ ਗੱਲ ਪਤਾ ਚੱਲਦੀ ਆ ਕਿ ਪੁਰਸ਼ ਹਮੇਸ਼ਾ ਖੁਦ ਦੇ ਕਰਤੱਵ ਬੜੇ ਹੋਣ ਦਾ ਹੀ ਦਿਖਾਵਾ ਕਰਦੇ ਨੇ ਤੇ ਸਿੱਧੀ ਸਾਦੀ ਔਰਤ ਨੂੰ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ। ਕਮੀ ਕੇਵਲ ਔਰਤ ਵਿੱਚ ਹੀ ਨਹੀਂ ਸਗੋਂ ਪੁਰਸ਼ ਵਿੱਚ ਵੀ ਹੋ ਸਕਦੀ ਆ, ਜਦ ਕਿ ਪੁਰਸ਼ ਇਹ ਗੱਲ ਭੁੱਲ ਜਾਂਦੇ ਨੇ ਤੇ ਜਦ ਤੱਕ ਸੱਚਾਈ ਦਾ ਪਤਾ ਚੱਲਦਾ ਆ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਆ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।